ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕੇ ਤੁਰ ਦਰਗਾਹੀ ਬਚਨਾਂ ਨੂੰ ਬੜੀ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਡੇ ਕਲਯੁਗ ਜੀਵਾਂ ਦੇ ਉੱਪਰ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਧੁਰ ਦਰਗਾਹੀ ਬਚਨਾਂ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1373 ਅੰਗ ਦੇ ਉੱਪਰ ਅੱਜ ਦੇ ਬਚਨ ਜਿਹੜੇ ਨੇ ਉਹ ਸੁਭਾਈ ਮਾਨੇ ਸਾਹਿਬ ਬਾਬਾ ਭਗਤ ਕਬੀਰ ਜੀ ਮਹਾਰਾਜ ਤਿੰਨਾਂ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਉਚਾਰਨ ਕੀਤੇ ਹੋਏ। ਮਹਾਰਾਜ ਕਬੀਰ ਸਾਹਿਬ ਸਾਡੇ ਕਲਯੁਗ ਜੀਵਾਂ ਦੇ ਉੱਪਰ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਜੀਵਾਂ ਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ ਕਿ ਸੰਸਾਰ ਦੇ ਅੰਦਰ ਧਿਆਨ ਰੱਖਣਾ ਕਿ ਭਾਂਡਾ ਜਿਹੜਾ ਹੈ, ਦੁੱਧ ਜਿਹੜਾ ਹੈ, ਘੀ ਜਿਹੜਾ ਹੈ, ਉਹ ਭਾਂਡੇ ਦੇ ਕਾਰਨ ਟਿਕਣਾ ਹੈ। ਦੁੱਧ ਬੜਾ ਸੁੰਦਰ ਏ, ਬੜਾ ਕੀਮਤੀ ਏ, ਘਿਓ ਬੜਾ ਮਹਿੰਗੇ ਮੁੱਲ ਦਾ ਹੈ, ਬੜੀ ਮਿਹਨਤ ਨਾਲ ਬਣਦਾ ਹੈ। ਮਹਾਰਾਜ ਸਾਹਿਬ ਕਹਿੰਦੇ ਜੇ ਅੱਗੇ ਭਾਂਡਾ ਹੀ ਚੱਜਦਾ ਨਹੀਂ ਨਾ ਤੇ ਉਹਦੇ ਵਿੱਚ ਦੁੱਧ, ਘੀ, ਲੱਸੀ, ਪਾਣੀ ਕੁਝ ਵੀ ਨਹੀਂ ਟਿਕੇਗਾ, ਉਹ ਬਾਹਰ ਨਿਕਲ ਜਾਏਗਾ। ਉਹਨੂੰ ਟਿਕਾਉਣ ਵਾਸਤੇ ਭਾਂਡਾ ਸਵੱਛ ਚਾਹੀਦਾ ਹੈ, ਭਾਂਡਾ ਸਾਫ ਸੁਥਰਾ ਚਾਹੀਦਾ ਹੈ, ਭਾਂਡਾ ਸਹੀ ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਭਾਂਡੇ ਦੇ ਵਿੱਚ ਛੇਕ ਹੋਵਨ ਤੇ ਉਹ ਸਾਰੇ ਦਾ ਸਾਰੀ ਪਾਈ ਵਸਤੂ ਬਾਹਰ ਨਿਕਲ ਜਾਵੇ। ਮਹਾਰਾਜ ਸਾਹਿਬ ਮਿਹਰ ਕਰਦੇ ਨੇ, ਪਹਿਲਾਂ ਭਾਂਡਾ ਲੈ ਕੇ ਜਾਣਾ, ਭਾਂਡਾ ਗੁਰੂ ਦੇ ਕੋਲ ਆ ਜਾਵੇ, ਗੁਰੂ ਛਿਦਰ ਬੰਦ ਕਰ ਦਿੰਦਾ ਹੈ, ਉਹਨਾਂ ਛੇਕਾਂ ਵਿੱਚ ਨਿਕਲ ਨਹੀਂ ਦਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜਦੋਂ ਇੱਕ ਉਹਨਾਂ ਦਾ ਬਰਤਨ ਸੀ ਜਿਹਨੂੰ ਗੰਗਾ ਸਾਗਰ ਵੀ ਕਹਿੰਦੇ ਨੇ, ਉਹਦੇ ਵਿੱਚ ਬਹੁਤ ਜ਼ਿਆਦਾ ਛੇਕ ਸਨ ਤੇ ਜਦੋਂ ਕਿਹਾ ਬਈ ਇਹਦੇ ਵਿੱਚ ਦੁੱਧ ਚੋ ਕੇ ਲਿਆ ਤੇ ਦੇਖਣ ਵਾਲਾ ਜਿਹੜਾ ਹੈਰਾਨ ਹੋ ਗਿਆ, ਹੱਦ ਹੋ ਗਈ, ਦੁੱਧ ਕਿੱਥੇ ਠਹਿਰੇਗਾ। ਮਹਾਰਾਜ ਕਹਿੰਦੇ ਕਿ ਦੁੱਧ ਰੁਕੇਗਾ। ਉਹ ਦੁੱਧ ਉਹਦੇ ਚ ਰੁਕਿਆ, ਉਤਰਾ ਰੇਤਾ ਪਾ ਦਿਓ, ਜੋ ਪਾ ਦਿਓ ਨਾ, ਛੇਗਾ ਥਾਣੀ ਬਾਹਰ ਨਿਕਲ ਜਾਏਗਾ, ਦੁੱਧ ਨਹੀਂ ਨਿਕਲਿਆ। ਖੈਰ ਉਹ ਗੁਰੂ ਨੂੰ ਪ੍ਰਵਾਨਿਤ ਹੋਇਆ ਭਾਂਡਾ ਹੈ, ਫਿਰ ਨਹੀਂ ਨਿਕਲਦੀ ਅੰਦਰੋਂ ਵਸਤੂ। ਜੀਵ ਨੇ ਜਿੰਨਾ ਚਿਰ ਗੁਰੂ ਨੂੰ ਪ੍ਰਵਾਨਿਤ ਨਹੀਂ ਕੀਤਾ, ਗੁਰੂ ਦੇ ਬਚਨਾਂ ਨੂੰ ਪ੍ਰਵਾਨਿਤ ਨਹੀਂ ਕੀਤਾ, ਉਹਨਾਂ ਚਿਰ ਬਖਸ਼ਿਸ਼ ਨਹੀਂ ਹੋਈ। ਜਿੰਨਾ ਚਿਰ ਬਖਸ਼ਿਸ਼ ਨਹੀਂ ਹੋਈ ਉਹਨਾਂ ਚਿਰ ਅੰਦਰ ਵਸਤੂ ਨਹੀਂ ਟਿਕੇਗੀ। ਮਹਾਰਾਜ ਸਾਹਿਬ ਕਹਿੰਦੇ ਸਜਣਾ ਪ੍ਰਭੂ ਦੇਉ ਪਾਉਣਾ ਹੈ, ਪ੍ਰਭੂ ਨੂੰ ਧਿਆਉਣਾ ਹੈ, ਤੇਰਾ ਹਿਰਦਾ ਭਾਂਡਾ ਪਾਵਨ ਹੋਵੇ, ਤੇਰਾ ਅੰਤਸ਼ਕਰਨ ਪਾਵਨ ਹੋਵੇ, ਤੇਰੇ ਵਿਚਾਰ ਪਾਵਨ ਹੋਵਨ, ਪਵਿੱਤਰ ਹੋਵਨ। ਅਗਰ ਜੇ ਨਹੀਂ ਤੇਰੇ ਅੰਦਰ ਨਾਮ ਟਿਕਿਆ, ਨਹੀਂ ਤੇਰੇ ਅੰਦਰ ਗਿਆਨ ਟਿਕਿਆ, ਇਹ ਮਤਾ ਕਿ ਬਈ ਗੁਰੂ ਨੇ ਨਹੀਂ ਟਿਕਾਇਆ। ਮਹਾਰਾਜ ਸਾਹਿਬ ਕਹਿੰਦੇ ਤੇਰੇ ਅੰਦਰ ਭਾਂਡਾ ਜਿਹੜਾ ਤੇਰਾ ਟੁੱਟਾ ਹੋਇਆ ਫੁੱਟਾ ਹੋਇਆ ਸੀ, ਉਹ ਵਸਤੂ ਨਿਕਲ ਗਈਆਂ, ਤੂੰ ਅੰਦਰ ਨਹੀਂ ਟਿਕਾਈਆਂ। ਔਰ ਮਹਾਰਾਜ ਸੱਚੀ ਸਰਕਾਰ ਕਹਿੰਦੇ ਕਿ ਕਿਸੇ ਰਾਜੇ ਦੀ ਸਭਾ ਦੇ ਵਿੱਚ ਕੋਈ 3 ਮੂਰਤੀਆਂ ਲੈ ਕੇ ਆਇਆ
ਤੇ ਉਸ ਸਭਾ ਦੇ ਵਿੱਚ ਕਾਲੀਦਾਸ ਕਵੀ ਬੈਠਾ ਸੀ ਤੇ ਉਹਨੇ ਕੀ ਤੱਕਿਆ, ਰਾਜੇ ਨੂੰ ਜਦੋਂ ਨੇ ਬਣਾਉਣ ਵਾਲੇ ਸੱਜਣ ਨੇ ਜਿਹੜਾ ਸੀ ਉਹ ਮੂਰਤੀਆਂ ਦਾ ਮੁੱਲ ਪਾਉਣ ਲਈ ਕਿਹਾ, ਉਹਨਾਂ ਮੂਰਤੀਆਂ ਦਾ ਮੁੱਲ ਬਰਾਬਰ ਪਾਉਣ ਲੱਗੇ ਤੇ ਕਹਿੰਦੇ ਪਹਿਲਾਂ ਇਹਨਾਂ ਦੀ ਪਰਖ ਕਰ ਲਓ। ਕਾਲੀਦਾਸ ਜਿਹੜਾ ਉਹਨੇ ਪਰਖ ਕੀਤੀ, ਇੱਕ ਦੇ ਉਹਨੇ ਔਰ ਜਿਹੜਾ ਸੀ ਪਿਆਰਿਓ ਔਰ ਕੰਨ ਵਿੱਚ ਡੱਕਾ ਪਾਇਆ, ਦੂਜੇ ਕੰਨ ਵਿੱਚ ਦੀ ਬਾਹਰ ਨਿਕਲ ਗਿਆ। ਕਹਿੰਦਾ ਇਹਨੂੰ ਤੋੜ ਦਿਓ, ਭੰਨ ਦਿਓ। ਔਰ ਦੂਜੀ ਮੂਰਤ ਜਿਹੜੀ ਸੀ ਉਹਦੇ ਵਿੱਚ ਡੱਕਾ ਪਾਇਆ ਤੇ ਪਿਆਰਿਓ ਉਹ ਡੱਕਾ ਜਿਹੜਾ ਹੈ ਅੰਦਰ ਗਿਆ, ਅੰਦਰ ਟਿਕਿਆ ਤੇ ਕੁਝ ਸਮੇਂ ਬਾਅਦ ਔਰ ਉਹ ਬਾਹਰ ਨਾ ਆਇਆ। ਔਰ ਉਹ ਕੰਨ ਥਾਣੀ ਪਾਇਆ, ਪਹਿਲੇ ਦੇ ਡੱਕਾ ਪਾਇਆ ਤੇ ਕੰਨ ਤੋਂ ਦੂਜੇ ਕੰਨ ਨਿਕਲ ਗਿਆ। ਉਹ ਬਣਾਉਣ ਵਾਲੇ ਕਾਰੀਗਰ ਨੇ ਬੜੀਆਂ ਸੁੰਦਰ ਪ੍ਰਿਤਮਾ ਮੂਰਤਾਂ ਬਣਾਈਆਂ। ਦੂਜੀ ਮੂਰਤ ਦੇ ਕੰਨ ਥਾਣੀ ਡੱਕਾ ਪਾਇਆ ਤੇ ਮੂੰਹ ਥਾਣੀ ਬਾਹਰ ਨਿਕਲ ਆਇਆ। ਕਹਿੰਦਾ ਇਹਦਾ ਕੁਝ ਕੁ ਪੈਸੇ ਮੁੱਲ ਹੈ। ਤੀਜੀ ਮੂਰਤ ਦੇ ਉਹਨੇ ਕੰਨ ਥਾਣੀ ਡੱਕਾ ਪਾਇਆ, ਪਰਤ ਕੇ ਬਾਹਰ ਨਾ ਨਿਕਲਿਆ। ਕਹਿੰਦਾ ਇਹਦਾ ਜਿੰਨੇ ਵੀ ਪੈਸੇ ਦਿੱਤੇ ਜਾਣ ਥੋੜੇ ਨੇ। ਕਹਿੰਦਾ ਹੱਦ ਹੋ ਗਈ, ਇੱਕੇ ਮਿੱਟੀ ਦੀਆਂ ਬਣੀਆਂ ਮੂਰਤਾਂ, ਇੱਕੋ ਜਿਹਾ ਰੰਗ, ਇੱਕੋ ਜਿਹੇ ਨਕਸ਼ੋ ਨੁਹਾਨ, ਇੱਕੋ ਕਾਰੀਗਰ ਨੇ ਬਣਾਈਆਂ। ਇੱਕ ਦਾ ਮੁੱਲ ਇੱਕ ਦੁੱਕੀ ਨਹੀਂ, ਇੱਕ ਦਾ ਮੁੱਲ ਕੁਝ ਪੈਸੇ ਹੈ, ਇੱਕ ਦਾ ਮੁੱਲ ਕਿ ਜਿੰਨੇ ਵੀ ਪੈਸੇ ਦਿੱਤੇ ਜਾਣ ਉਹ ਥੋੜੇ ਆ। ਤੇ ਕਾਲੀਦਾਸ ਕਹਿਣ ਲੱਗਾ, ਰਾਜਨ ਕਹਿਣ ਲੱਗਾ ਪਹਿਲੀ ਮੂਰਤੀ ਉਹ ਲੋਕ ਨੇ ਜਿਹੜੇ ਇੱਕ ਕੰਨੋਂ ਸੁਣਦੇ ਦੂਜੇ ਕੰਨ ਕੱਢ ਦਿੰਦੇ ਨੇ, ਪੱਲੇ ਕੱਖ ਨਹੀਂ ਰੱਖਦੇ। ਇਹ ਮੂਰਤੀ ਬਣਾਉਣ ਵਾਲੇ ਨੇ ਦੁਨੀਆ ਦੀ ਤਸਵੀਰ ਬਣਾਈ। ਪਹਿਲੀ ਪ੍ਰਕਾਰ ਦੇ ਲੋਕ ਉਹ ਨੇ ਜਿਨ੍ਹਾਂ ਇੱਕ ਕੰਨ ਤੋਂ ਧਾਰਮਿਕ ਧਰਮ ਦੇ ਰੱਬ ਦੇ ਬਚਨਾਂ ਨੂੰ ਸੁਣਿਆ ਤੇ ਦੂਜੇ ਕੰਨ ਬਾਹਰ ਕੱਢ ਦਿੱਤੇ, ਟਿਕਾਉਣ ਦਾ ਮਤਲਬ ਹੀ ਨਾ ਸਮਝਿਆ। ਆਂਦਾ ਦੂਜੀ ਪ੍ਰਕਾਰ ਦੇ ਉਹ ਲੋਕ ਜਿਨ੍ਹਾਂ ਕੰਨਾਂ ਦਾ ਸੁਣਿਆ ਤੇ ਮੁੜ ਕੇ ਜ਼ਬਾਨ ਦਾ ਸੁਣਾਤਾ, ਜਿਹੜੇ ਮੇਰੇ ਵਰਗੇ ਸਨ। ਇੱਕ ਪਾਸੇ ਸੁਣਿਆ, ਦੂਜੇ ਪਾਸੇ ਸੁਣਾਤਾ। ਔਰ ਕਹਿਣ ਲੱਗੇ ਇਹਨਾਂ ਦਾ ਕੁਝ ਆਨੇ ਮੁੱਲ ਹੈ, ਕਿਉਂਕਿ ਸੁਣਿਆ ਤੇ ਅੱਗੇ ਸੁਣਾ ਰਹੇ ਨੇ। ਕਹਿਣ ਲੱਗੇ ਤੀਜੀ ਪ੍ਰਕਾਰ ਦੇ ਉਹ ਜਿਨ੍ਹਾਂ ਨੇ ਕੰਨਾਂ ਦੁਆਰਾ ਸੁਣਿਆ ਤਾਂ ਹੈ ਪਰ ਕਿ ਬਾਹਰ ਕੱਢਿਆ ਹੀ ਨਹੀਂ, ਅੰਦਰ ਹੀ ਵਸਾ ਲਿਆ। ਉਹਨੇ ਬ੍ਰਹਮ ਗਿਆਨੀ, ਉਹਨੇ ਰੱਬ ਦੇ ਪਿਆਰੇ, ਉਹਨੇ ਭਗਤ, ਉਹਨੇ ਸੰਤ, ਉਹਨੇ ਗੁਰਸਿੱਖ, ਉਹਨੇ ਮਾਲਕ ਨਾਲ ਜੁੜੇ ਹੋਏ। ਕਹਿਣ ਲੱਗੇ ਜਿਨਨੇ ਅੰਦਰ ਵਸਾ ਲਿਆ, ਜਿਨਨੇ ਸੁਣਿਆ ਅੰਦਰ ਟਿਕਾ ਲਿਆ, ਅੰਦਰ ਖਜ਼ਾਨੇ ਵਿੱਚ ਪਾ ਲਿਆ, ਕਹਿੰਦੇ ਉਹਦਾ ਮੁੱਲ ਕੋਈ ਤਾਰ ਨਹੀਂ ਸਕਦਾ, ਉਹ ਅਮੁੱਲ। ਮਹਾਰਾਜ ਕਬੀਰ ਸਾਹਿਬ ਕਹਿੰਦੇ ਔਰ ਗੁਰੂ ਕੀ ਕਰੇ, ਕੀ ਕਰ ਸਕਦਾ ਹੈ? ਜਦੋਂ ਭਾਂਡੇ ਦੇ ਵਿੱਚ ਹੀ ਛਿੱਦਰ ਅਨੇਕਾਂ ਨੇ। ਔਰ ਜਿਹਨੂੰ ਮਹਾਰਾਜ ਸਾਹਿਬ ਕਹਿੰਦੇ ਆ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਜ਼ਾਰਾਂ ਛਿੱਦਰ ਨੇ ਇਸ ਤਨ ਦੇ ਵਿੱਚ। ਅੱਖਾਂ ਕੰਨ ਰੋਮ ਤੁਚਾ ਪਤਾ ਨਹੀਂ ਕੀ ਕੁਝ ਕਰਦੀ ਏ। ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ ਇਹ ਚੁੱਕ ਗਏ ਉਕ ਗਏ। ਗੱਲ ਇੱਕ ਪਾਸੇ ਸੁਣਦੇ ਦੂਜੇ ਪਾਸੇ ਬਾਹਰ ਕੱਢਦੇ, ਇੱਕ ਪਾਸੇ ਸੁਣਦੇ ਦੂਜੇ ਪਾਸੇ ਮੇਰੀ ਤਰ੍ਹਾਂ ਸੁਣਾ ਦਿੰਦੇ ਨੇ। ਅੰਦਰ ਕੋਈ ਵਿਰਲਾ ਹੀ ਵਸਾਉਂਦਾ ਹੈ ਜਿਨੇ ਅੰਦਰ ਵਸਾ ਲਿਆ। ਜਿਹੜਾ ਭੋਜਨ ਸਾਡੇ ਅੰਦਰ ਲੰਘਿਆ, ਕੰਠੋਂ ਅੰਦਰ ਉਤਰਿਆ, ਤਨ ਦਾ ਆਧਾਰ ਉਹਨੇ ਬਣਨਾ, ਤਨ ਦਾ ਆਸਰਾ ਉਹਨੇ ਬਣਨਾ, ਤਨ ਦੀ ਤਾਕਤ ਉਹਨੇ ਬਣਨੀ ਹੈ। ਜਿਹੜਾ ਦੰਦਾਂ ਨਾਲ ਚੁਬਾਇਆ, ਚਬਾ ਕੇ ਕੇਵਲ ਬਾਹਰ ਕੱਢ ਦਿੱਤਾ ਮੂੰਹ ਚੋਂ, ਧਿਆਨ ਰੱਖਣਾ ਉਹ ਸਰੀਰ ਦਾ ਆਧਾਰ ਨਹੀਂ ਬਣੇਗਾ, ਉਹ ਆਸਰਾ ਨਹੀਂ ਬਣੇਗਾ, ਉਹ ਤਾਕਤ ਨਹੀਂ ਬਣੇਗਾ। ਮਹਾਰਾਜ ਸਾਹਿਬ ਕਹਿੰਦੇ ਕੁਝ ਨੇ ਸੁਣਿਆ ਔਰ ਕੁਝ ਨੇ ਸੁਣਾਇਆ। ਜਿਨ੍ਹਾਂ ਸੁਣਿਆ ਜ਼ੁਬਾਨ ਦੁਆਰਾ ਸੁਣਾਇਆ, ਜੋ ਦੰਦਾਂ ਨਾਲ ਚਬਾਇਆ, ਕਮ ਸੇ ਕਮ ਉਹਦੇ ਰਸ ਦਾ ਤਾਂ ਪਤਾ ਲੱਗ ਗਿਆ ਨਾ।
ਕਿ ਮਿੱਠਾ ਕਿੰਨਾ ਕੁ ਸੀ, ਨਮਕੀਨ ਕਿੰਨਾ ਕੁ ਸੀ, ਕੜਵਾ ਕਿੰਨਾ ਕੁ ਸੀ, ਤੁਰਸ਼ਾ ਕਿੰਨਾ ਕੁ ਸੀ, ਖੱਟ ਮਿੱਠਾ ਕਿੰਨਾ ਕੁ ਸੀ, ਅੰਦਰ ਨਹੀਂ ਗਿਆ। ਸਵਾਦ ਦਾ, ਟੇਸਟ ਦਾ ਤਾਂ ਪਤਾ ਲੱਗ ਗਿਆ। ਕੁਝ ਨੇ ਰੱਬ ਦੀ ਇਬਾਦਤ, ਰੱਬ ਦੇ ਬਚਨਾਂ ਨੂੰ ਸੁਣਿਆ, ਪਰ ਆਪਣੀ ਜ਼ਬਾਨ ਨੂੰ, ਕੰਨ ਵੀ ਸਫਲੇ ਹੋ ਗਏ ਤੇ ਜ਼ਬਾਨ ਦੁਆਰਾ ਅੱਗੇ ਸੁਣਾਤਾ, ਉਹ ਵੀ ਸਫਲੀ ਹੋ ਗਈ। ਕੁਝ ਕੁ ਮੁੱਲ ਹੈ। ਕੁਝ ਨੇ ਰੱਬ ਦੀ ਇਬਾਦਤ ਨੂੰ ਸੁਣਿਆ, ਕੁਝ ਨੇ ਭੋਜਨ ਕੀਤਾ, ਉਹਨਾਂ ਨੇ ਸਿੱਧਾ ਅੰਦਰ ਆਪਣੇ ਟਪਾ ਲਿਆ। ਤਨ ਦੇ ਰੋਮ ਰੋਮ ਦਾ ਆਧਾਰ ਆਸਰਾ ਬਣਿਆ। ਉਹੀ ਜਿਹੜਾ ਕੰਠੋਂ ਉਤਰਿਆ, ਅੰਦਰ ਭੋਜਨ, ਅੰਦਰ ਗਰਾਹੀ ਗਈ, ਅੰਦਰ ਨਿਵਾਲਾ ਗਿਆ, ਉਹੀ ਤਨ ਦਾ ਆਧਾਰ ਬਣਿਆ, ਆਸਰਾ ਬਣਿਆ, ਖੂਨ ਬਣਿਆ, ਮਿੱਝ ਬਣਿਆ। ਉਹਨੇ ਤਨ ਨੂੰ ਤਾਕਤ ਦਿੱਤੀ। ਮਹਾਰਾਜ ਸਾਹਿਬ ਕਹਿੰਦੇ, ਸਜਣਾ, ਜਿਹੜੇ ਰੱਬ ਦੇ ਪਿਆਰਿਆਂ ਨੇ ਰੱਬ ਦੇ ਬੋਲ ਨੂੰ ਸੁਣ ਲਿਆ, ਆਪਣੇ ਜ਼ਿਹਨ ਦੇ ਅੰਦਰ ਵਸਾ ਲਿਆ, ਆਪਣੇ ਹਿਰਦੇ ਦੇ ਅੰਦਰ ਵਸਾ ਲਿਆ, ਉਹਨਾਂ ਦੇ ਜੀਵਨ ਦਾ ਆਧਾਰ ਬਣ ਗਿਆ। ਕਹਿੰਦੇ, ਜਿਹੜੇ ਉੱਕ ਗਏ, ਚੁੱਕ ਗਏ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬੁਝਾਈਏ ਫੂਕ। ਕਹਿੰਦੇ, ਬਹੁਤਾ ਸੰਸਾਰ ਤਾਂ ਇਹੋ ਜਿਹਾ ਹੈ, ਜਿਵੇਂ ਇੱਕ ਪਾਸਿਓਂ ਬਾਂਸ ਖੋਖਲਾ ਹੁੰਦਾ ਹੈ, ਵਿੱਚੋਂ ਉਹਦੇ ਚੋਂ ਇੱਕ ਪਾਸਿਓਂ ਫੂਕ ਮਾਰੀਏ, ਦੂਜੇ ਪਾਸੇ ਨਿਕਲ ਜਾਂਦੀ। ਕਹਿੰਦੇ, ਲੋਕ ਇੱਕ ਕੰਨ ਤੋਂ ਰੱਬ ਦੀ ਗੱਲ, ਬੰਦਗੀ, ਇਬਾਦਤ ਸੁਣਦੇ ਆ, ਦੂਜੇ ਕੰਨ ਕੱਢ ਦਿੰਦੇ ਨੇ, ਦੂਜੇ ਕੰਨ ਕੱਢ ਦਿੰਦੇ, ਅੰਦਰ ਕੋਈ ਨਹੀਂ ਟਿਕਾਂਦਾ। ਕੁਝ ਉਹ ਨੇ ਜਿਹੜੇ ਕੰਨ ਨਾਲ ਸੁਣਦੇ ਆ, ਜ਼ਬਾਨ ਨਾਲ ਸੁਣਾ ਦਿੰਦੇ ਨੇ ਅੱਗੇ, ਉਹਨਾਂ ਦਾ ਕੁਝ ਕੁ ਮੁੱਲ ਹੈ। ਸਮਝ ਤਾਂ ਆਈ ਨਾ ਕੁਝ ਬਚਨਾਂ ਦੀ, ਅੱਗੇ ਤਾਂ ਹੀ ਉਹਨਾਂ ਸਮਝਾਇਆ, ਸੁਣਾਇਆ। ਮਹਾਰਾਜ ਸਾਹਿਬ ਕਹਿੰਦੇ, ਬਹੁਤ ਤਾਦ ਅੰਦਰ ਲੁਕਾਈ ਉਹ ਵਸਦੀ ਆ, ਜਿੰਨੇ ਪਿਆਰਿਓ ਔਰ ਨਾ ਜ਼ੁਬਾਨ ਤੇ ਬਚਨ ਆਏ, ਉਹਨਾਂ ਕੁ ਚਿਰ ਬੈਠੇ ਔਰ ਸਿਰ ਹਿਲਾਇਆ ਤੇ ਪਰਤ ਕੇ ਜੀਵਨ ਵਿੱਚ ਬਚਨ ਧਾਰਨ ਕੋਈ ਨਾ ਕੀਤਾ। ਜਿੰਨਾ ਅੰਦਰ ਟਕਾ ਲਏ ਬਚਨ, ਉਹਨਾਂ ਦੇ ਜੀਵਨ ਵਿੱਚ ਬਦਲਾਓ ਆਇਆ। ਜਿਵੇਂ ਖਾਧਾ ਹੋਇਆ ਭੋਜਨ ਕੰਠੋਂ ਉਤਰਿਆ ਹੋਇਆ ਨਿਵਾਲਾ ਤਨ ਦਾ ਆਧਾਰ ਬਣਦਾ ਹੈ, ਤਨ ਦੀ ਤਾਕਤ ਬਣਦਾ ਹੈ, ਇਸੇ ਤਰ੍ਹਾਂ ਕੰਠੋਂ ਉਤਰਿਆ ਹੋਇਆ, ਹਿਰਦੇ ਵਿੱਚ ਉਤਰਿਆ ਹੋਇਆ ਬਚਨ ਔਰ ਉਹ ਜੀ ਦੇ ਨਾਲ ਵਸਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਉਹ ਜਿੰਦ ਜਾਨ ਦੇ ਨਾਲ ਵਸਦਾ ਹੈ। ਫਿਰ ਜਿਹੜਾ ਹੈ, ਔਰ ਜਦੋਂ ਗੁਰ ਕਾ ਬਚਨ ਬਸੈ ਜੀ ਨਾਲੇ, ਮਹਾਰਾਜ ਸਾਹਿਬ ਕਹਿੰਦੇ, ਫਿਰ ਜਲ ਨਹੀਂ ਡੂਬੈ ਔਰ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਉਹਨੂੰ ਅੰਦਰ ਤਾਂ ਟਕਾ, ਸਜਣਾ, ਨਹੀਂ ਤੇ ਜਿਵੇਂ ਬਾਂਸ ਵਿੱਚ ਫੂਕ ਮਾਰੀ, ਇੱਕ ਕੰਨੋਂ ਬਚਨ ਸੁਣਿਆ, ਦੂਜੇ ਕੱਢ ਦਿੱਤਾ। ਮਹਾਰਾਜ ਨੇ ਸਮਝਾਇਆ, ਇਹਨੂੰ ਅੰਦਰ ਟਕਾ, ਤੇਰਾ ਆਧਾਰ ਬਣੇਗੀ ਬਾਣੀ, ਔਰ ਤੇਰੇ ਰੋਮ ਰੋਮ ਨੂੰ ਸਫਲਿਆਂ ਕਰ ਦੇਗੀ ਬਾਣੀ। ਜਿਨ੍ਹਾਂ ਦੀ ਹਿਰਦੇ ਅੰਦਰ ਬਾਣੀ ਟਿਕ ਗਈ, ਬ੍ਰਹਮ ਦਾ ਬੋਲ ਟਿਕ ਗਿਆ, ਉਹ ਕੇਵਲ ਤਨ ਨਹੀਂ ਰਹੇ, ਉਹ ਬ੍ਰਹਮ ਹੋ ਗਏ। ਉਹਨਾਂ ਦੇ ਬਚਨਾਂ ਦੀ ਅੱਜ ਅਸੀਂ ਵਿਚਾਰ ਕਰਦੇ, ਉਹਨਾਂ ਦੇ ਬਚਨਾਂ ਅੱਗੇ ਝੁਕਦੇ ਆ, ਉਹਨਾਂ ਨੂੰ ਦੁਨੀਆ ਨੇ ਮੱਥੇ ਟੇਕੇ, ਉਹਨਾਂ ਦੇ ਅੱਗੇ ਨਕਮਸਤਕ ਹੋਏ, ਕਿਉਂਕਿ ਉਹ ਬ੍ਰਹਮ ਦਾ ਰੂਪ ਹੋ ਗਏ। ਮਹਾਰਾਜ ਕਬੀਰ ਸਾਹਿਬ ਔਰ ਕਹਿਣ ਲੱਗੇ, ਦੇਖ ਸੰਸਾਰ ਦੇ ਅੰਦਰ ਐਸ਼ੋ ਇਸ਼ਰਤ ਆਰਾਮ ਬੜਾਈ, ਤੇ ਸੰਸਾਰ ਦੇ ਬੜੇ ਬੜੇ ਰਾਜੇ ਵੀ ਹੋਏ, ਉਹਨਾਂ ਕੋਲ ਰਾਜ ਪਾਟ ਦੇ ਨਾਲ ਜੇ ਭਲਾ ਹੁੰਦਾ, ਜੇ ਕਿਤੇ ਰਾਜ ਪਾਟ ਨੂੰ ਪਾ ਕੇ ਆਤਮਿਕ ਗਿਆਨ, ਆਤਮਿਕ ਸ਼ਾਂਤੀ, ਅੰਦਰ ਦਾ ਸਕੂਨ ਔਰ ਸੁਖ ਪ੍ਰਾਪਤ ਹੁੰਦਾ, ਤੇ ਫਿਰ ਰਾਜਿਆਂ ਕੋਲ ਸੁਖ ਹੋਣਾ ਚਾਹੀਦਾ ਸੀ। ਉਹ ਤਾਂ ਕੇਵਲ ਨਾਮ ਨਹੀਂ ਪੱਲੇ, ਤੇ ਦੁਖੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਚਨਾਂ ਨੂੰ ਪੜ੍ਹਦੇ ਨਾ, ਮਹਾਰਾਜ ਬਚਨ ਕਰਦੇ ਨੇ, ਔਰ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਬੜਾ ਦੁਖੀ। ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ, ਕਬੀਰ ਹੈ ਗਏ ਬਾਹਨ ਸਗਨ ਘਨ, ਛਤਰਪਤੀ ਕੀ ਨਾਰ। ਮਹਾਰਾਜ ਕਬੀਰ ਸਾਹਿਬ ਬਚਨ ਕਰਦੇ ਨੇ, ਕਹਿਣ ਲੱਗੇ, ਹੈ ਗਏ, ਹੈ ਮੈਨਾ ਹੁੰਦਾ ਹੈਵਰ, ਹੈਵਰ ਮੈਨਾ ਹੁੰਦਾ ਹੈ ਘੋੜੇ, ਔਰ ਗੈ ਮੈਨਾ ਹੁੰਦਾ ਹੈ ਗੈਵਰ, ਗੈਵਰ ਮੈਨਾ ਹੁੰਦਾ ਹਾਥੀ, ਹਾਥੀ ਤੇ ਵਾਹਨ ਔਰ ਹੋਰ ਵਾਹਨ ਜਿਹੜੇ ਨੇ ਚੱਲਣ ਵਾਲੇ, ਰੱਥ, ਬੱਗੀਆਂ, ਬੈਲ, ਉਠ ਗੱਡੀਆਂ, ਘੋੜੇ, ਹਾਥੀ, ਇਹ ਫੌਜ ਦੇ ਚੱਲਣ ਦੇ ਸਾਧਨ ਨੇ।
ਔਰ ਉਸ ਸਮੇਂ ਦੇ ਫੌਜ ਚੱਲਦੀ ਏ, ਕਹਿਣ ਲੱਗੇ ਸਗਨ ਘਨ ਘਨ ਮੈਨਾ ਬਹੁਤੇ, ਸਗਨ ਮੈਨੇ ਸੰਗਣੇ ਬਹੁਤੇ ਜਿਆਦੇ। ਜਿਹੜੇ ਚੱਲਣ ਵਾਲੇ ਇਕੱਠੇ ਚੱਲਦੇ ਨੇ ਤੇ ਕੋਈ ਗਿਣਤੀ ਮਿੰਤੀ ਨਹੀਂ ਰਹਿੰਦੀ, ਬੇਸ਼ੁਮਾਰ ਫੌਜਾਂ ਦਾ ਮਾਲਕ ਹੀ ਰਾਧਾ। ਤੇ ਉਹਦੇ ਘਰ ਵਿੱਚ ਰਹਿਣ ਵਾਲੀ ਉਹਦੀ ਪਤਨੀ ਛਤਰਪਤੀ ਕੀ ਨਾਰ, ਜਿਹੜਾ ਛਤਰਾਂ ਦੇ ਥੱਲੇ ਚੱਲਦਾ ਹੈ, ਜਿਹੜਾ ਛਤਰਾਂ ਦਾ ਮਾਲਕ ਹੈ, ਜਿਹਦੇ ਉੱਪਰ ਛਤਰ ਝੁੱਲਦੇ ਨੇ, ਉਹਦੀ ਨਾਰ, ਉਹਦੀ ਇਸਤਰੀ, ਉਹਦੀ ਪਟਰਾਣੀ, ਉਹਦੇ ਘਰ ਵਾਲੀ ਤ੍ਰਿੰਬਤ। ਮਹਾਰਾਜ ਸਾਹਿਬ ਕਹਿੰਦੇ ਤਾਸ ਪਟੰਤਰ ਨਾ ਪੁਜੈ ਹਰ ਦਨ ਕੀ ਪਨਿਹਾਰ। ਇੱਕ ਪਾਸੇ ਤਾਂ ਇਹ ਕਿਹਾ, ਕਹਿੰਦੇ ਕਿ ਜਿਹਦੇ ਕੋਲ ਘੋੜੇ, ਹਾਥੀ, ਬੱਕੀਆਂ, ਰੱਥ, ਊਠਾਂ ਦੀ ਸਵਾਰੀ, ਘੋੜਿਆਂ ਦੀ ਸਵਾਰੀ, ਬੈਲ ਗੱਡੀਆਂ, ਖੱਚਰਾਂ ਆਦ, ਔਰ ਇੰਨੀ ਫੌਜ ਚੱਲਦੀ ਆ, ਔਰ ਇੰਨਾ ਸਾਜੋ ਸਮਾਨ ਲੱਦ ਕੇ ਚੱਲਦੇ, ਉਹਦਾ ਹੁਕਮ ਚੱਲਦਾ ਹੈ। ਇੱਕ ਤਾਂ ਉਹਦੇ ਘਰ ਵਾਲੀ ਪਤਨੀ, ਤੇ ਦੂਜੇ ਪਾਸੇ ਕਿਹਾ ਹੈ ਤਾਸ ਪਟੰਤਰ ਨਾ ਪੁਜੈ। ਇਹ ਤਾਸ ਤਿਸ ਦੇ ਪਟੰਤਰ ਬਰਾਬਰ ਨਾ ਪੁਜੈ, ਨਹੀਂ ਉਹਦੇ ਬਰਾਬਰ ਹੋ ਸਕਦੀ। ਜਿਹੜੀ ਰਾਜੇ ਦੇ ਘਰ ਵਾਲੀ ਨਾ, ਇਹਨਾਂ ਰਾਜ ਠਾਠ ਬਾਠ ਮੰਨਦੇ ਆ, ਇੰਨੀਆਂ ਸੁਖ ਸੁਵਿਧਾ ਦੇ ਹੁੰਦੇ ਆ, ਕਹਿੰਦੇ ਤਾਸ ਪਟੰਤਰ ਨਾ ਪੁਜੈ, ਤਿਸ ਦੇ ਬਰਾਬਰ ਨਹੀਂ ਪੁੱਜ ਸਕਦੀ। ਮਹਾਰਾਜ ਕਬੀਰ ਸਾਹਿਬ ਕਿਸ ਦੇ? ਕਹਿੰਦੇ ਹਰ ਜਨ ਕੀ ਪਨਿਹਾਰ। ਜਿਹੜੀ ਰੱਬ ਦੇ ਪਿਆਰੇ ਦੇ ਦਰ ਤੇ ਸੇਵਾ ਕਰੇ ਔਰ ਪਾਣੀ ਭਰੇ, ਮਹਾਰਾਜ ਸਾਹਿਬ ਕਹਿੰਦੇ ਉਹਦੇ ਬਰਾਬਰ ਇਹ ਮਹਾਰਾਣੀ ਨਹੀਂ ਪੁੱਜ ਸਕਦੀ, ਇਹ ਰਾਣੀ ਉਹਦੇ ਬਰਾਬਰ ਨਹੀਂ ਹੋ ਸਕਦੀ। ਪੁੱਛਿਆ ਗਿਆ, ਇਹ ਤਾਂ ਸਵਾਲ ਜਿਹਾ ਬਣ ਗਿਆ। ਮਹਾਰਾਜ ਕਬੀਰ ਸਾਹਿਬ, ਤੁਸੀਂ ਰੱਬ ਦੇ ਘਰ ਦੀ ਔਰ ਉਸ ਦੇ ਦਰ ਦੀ ਦਾਸੀ ਨੂੰ ਤਾਂ ਵੱਡਾ ਕਹਿ ਦਿੱਤਾ, ਉਹਦੀ ਫਿਰ ਉਸਤਤੀ ਕਰਤੀ, ਤੇ ਜਿਹੜੀ ਔਰ ਇੱਕ ਰਾਜੇ ਦੀ ਤ੍ਰਿਮਤ ਹੈ, ਉਹਦੀ ਤੁਸਾਂ ਨੇ ਜਿਹੜੀ ਤੌਹੀਨ ਕਰ ਦਿੱਤੀ ਆਪਣੇ ਬਚਨਾਂ 'ਚ, ਬਈ ਉਹ ਨੀਵੀਂ ਆ, ਉਹ ਸੰਸਾਰ ਪੱਖ ਤੋਂ ਉੱਚੀ ਆ, ਉਹਦੇ ਕੋਲ ਧਨ ਆ, ਤੇ ਉਹ ਸੰਸਾਰ ਪੱਖ ਤੋਂ ਨੀਵੀਂ ਆ, ਤੁਸੀਂ ਉਹਨੂੰ ਵੱਡਾ ਕੁਰਾਰ ਦੇ ਦਿੱਤਾ। ਮਹਾਰਾਜ ਕਬੀਰ ਸਾਹਿਬ ਫਿਰ ਕਹਿਣ ਲੱਗੇ, ਔਰ ਉਹਨੇ ਕਿਹਾ ਤੁਸੀਂ ਉਹਦੀ ਉਸਤਤ ਤੇ ਉਹਦੀ ਨਿੰਦਾ ਕਰਤੀ। ਮਹਾਰਾਜ ਕਬੀਰ ਸਾਹਿਬ ਕਹਿੰਦੇ ਨਹੀਂ ਸੱਜਣਾ, ਕਹਿਣ ਲੱਗੇ ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ। ਕਹਿਣ ਲੱਗੀ ਸੱਜਣਾ, ਨਿਰਪ ਮੈਨਾ ਹੁੰਦਾ ਰਾਜਾ, ਰਾਜੇ ਦੀ ਨਾਰੀ ਤਰੀਮਤ, ਉਹਦੀ ਪਤਨੀ ਕਿਉਂ ਨਿੰਦੀ ਹੈ? ਕਿਉਂ ਉਹਦੀ ਨਿੰਦਾ ਹੋ ਰਹੀ ਆ? ਕਿਉਂ ਉਹਦੇ ਲਈ ਇਹ ਗੱਲ ਕਹੀ ਜਾ ਰਹੀ ਹੈ? ਕਿਉਂ ਹਰ ਚੇਰੀ ਕੋ ਮਾਨ। ਕਹਿੰਦੇ ਜਿਹੜੀ ਰੱਬ ਦੇ ਘਰ ਤੇ ਸੇਵਾ ਕਰਨ ਵਾਲੀ ਜੀਵ ਰੂਪ ਇਸਤਰੀ ਆ, ਕਹਿਣ ਲੱਗੇ ਉਹਦਾ ਮਾਨ ਤੇ ਸਤਿਕਾਰ ਕਿਉਂ, ਉਹਦੀ ਉਸਤਤੀ ਕਿਉਂ, ਉਹਦੇ ਲਈ ਜਿਹੜੇ ਨਰਾਦਰਜਨਕ ਸ਼ਬਦ ਕਿਉਂ। ਔਰ ਮਹਾਰਾਜ ਅੱਗੇ ਦੱਸਦੇ, ਕਹਿੰਦੇ ਉਹ ਮੰਗ ਸਵਾਰੈ ਵਿਖੇ ਕੋ। ਜਿਹੜੀ ਰਾਜੇ ਦੇ ਘਰ ਵਾਲੀ, ਉਹਦੇ ਕੋਲ ਬਾਹਰ ਦਾ ਧਨ ਬਥੇਰਾ ਹੈ, ਤੇ ਉਹ ਉਹਦੇ ਨਾਲ ਐਸ਼ੋ ਇਸ਼ਰਤ ਆਰਾਮ ਚ ਰਤੀ, ਬੜੇ ਚੰਗੇ ਵਸਤਰ ਪਾਉਂਦੀ ਆ, ਆਪਣੇ ਤਨ ਨੂੰ ਸਵਾਰਦੀ ਆ, ਆਪਣੇ ਕੇਸਾਂ ਨੂੰ ਸਵਾਰਦੀ ਆ, ਔਰ ਤਨ ਨੂੰ ਚੰਗੇ ਵਸਤਰਾਂ ਨਾਲ, ਚੰਗੇ ਗਹਿਣਿਆਂ ਨਾਲ, ਔਰ ਚੰਗੇ ਹਾਰ ਸ਼ਿੰਗਾਰ ਕਰਕੇ ਸ਼ਿੰਗਾਰਦੀ। ਉਹ ਭਗਵਾਨ ਵਾਸਤੇ ਨਹੀਂ, ਕੇਵਲ ਵੇਕਾਰੀ ਬਿਰਤੀ ਲੈ ਕੇ ਰਾਜਾ ਆਵੇਗਾ, ਪ੍ਰਸੰਨ ਹੋਵੇਗਾ, ਸੇਜਾ ਦੇ ਆਨੰਦਤ ਹੋਵਾਂਗੇ। ਮਹਾਰਾਜ ਕਹਿੰਦੇ ਉਹਦੇ ਅੰਦਰ ਮਾੜੇ ਫੁਰਨੇ ਪਏ ਫੁਰਦੇ ਨੇ। ਉਹ ਜਿਹਦਾ ਨਰਾਦਰਲੀ ਬਚਨ ਕਹੇ ਨਾ ਕਿ ਉਹ ਉਹਦੇ ਬਰਾਬਰ ਨਹੀਂ ਪੁੱਜ ਸਕਦੀ, ਭਾਵੇਂ ਉਹਦੇ ਕੋਲ ਬਾਹਰ ਦਾ ਰਾਜ ਪਾਟ ਐਸ਼ੋ ਇਸ਼ਰਤ ਰਾਮ ਹੈ। ਮਹਾਰਾਜ ਕਬੀਰ ਸਾਹਿਬ ਕਹਿੰਦੇ ਉਹਨੇ ਤਨ ਦੀ ਤਿਆਰੀ ਕੀਤੀ ਵਿਕਾਰਾਂ ਲਈ, ਉਹਨੇ ਤਨ ਨੂੰ ਸਜਾਇਆ ਵਿਕਾਰਾਂ ਲਈ, ਤੇ ਕਹਿਣ ਲੱਗੇ ਸਜਣਾ ਉਹ ਮੰਗ ਸਵਾਰਿਆ ਵਿਖੇ ਕੋ ਵਿਕਾਰਾਂ ਵਾਸਤੇ। ਉਹ ਸਿਮਰੈ ਹਰ ਨਾਮ, ਉਹਦੇ ਤਨ ਤੇ ਭਾਵੇਂ ਚੰਗੇ ਕੱਪੜੇ ਨਹੀਂ, ਚੰਗਾ ਹਾਰ ਸ਼ਿੰਗਾਰ ਨਹੀਂ, ਔਰ ਚੰਗੇ ਗਹਿਣੇ ਗੱਟੇ ਵੀ ਨਹੀਂ। ਮਹਾਰਾਜ ਸਾਹਿਬ ਕਹਿੰਦੇ ਉਹ ਜਦੋਂ ਉੱਠਦੀ ਆ, ਇਸ਼ਨਾਨ ਇਸ ਲਈ ਕਰਦੀ ਆ ਕਿ ਮੈਂ ਰੱਬ ਦੀ ਬੰਦਗੀ ਕਰਨੀ ਆ। ਰਾਜੇ ਦੀ ਰਾਣੀ ਇਸ਼ਨਾਨ ਇਸ ਲਈ ਕਰਦੀ ਕਿ ਮੈਂ ਰਾਜੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਤਿਆਰ ਹੋਣਾ, ਸੁੰਦਰ ਦਿਸਣਾ। ਮਹਾਰਾਜ ਕਹਿੰਦੇ ਇੱਕ ਨੇ ਤਨ ਸੁਜਾਇਆ,
ਵਿਕਾਰਾਂ ਨੂੰ ਦਾਵਤ ਦੇਣ ਲਈ ਇੱਕ ਨੇ ਇਸ਼ਨਾਨ ਕੀਤਾ, ਤਨ ਤੇ ਵਸਤਰ ਪਹਿਨੇ, ਕੇਵਲ ਪਰਮਾਤਮਾ ਨੂੰ ਪਾਉਣ ਲਈ। ਉਹਨੇ ਬਾਹਰੋਂ ਪਾਉਣ ਲਈ, ਉਹਨੇ ਅੰਦਰੋਂ ਪਾਉਣ ਲਈ। ਕਹਿੰਦੇ ਜਿਨੇ ਅੰਦਰੋਂ ਪਰਮਾਤਮਾ ਨੂੰ ਪਾਇਆ ਨਾ, ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਸਜਣਾ, ਉਹ ਨਾਮ ਜਪਣ ਵਾਲੇ ਦੀ ਬਰਾਬਰ ਰਾਜਾ ਕਦੇ ਨਹੀਂ ਹੋ ਸਕਦਾ। ਉਹ ਬਾਹਰ ਦਾ ਐਸ਼ੋ ਇਸ਼ਰਤ ਆਰਾਮ ਪਾ ਕੇ ਬੜਾ ਦੁਖੀ ਏ। ਮਹਾਰਾਜ ਸਾਹਿਬ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਨਾਮ ਜਪੇਗਾ ਰਾਜਾ ਸੁਖੀਐ, ਕੰਗਾਲ ਜਪੇਗਾ ਕੰਗਾਲ ਸੁਖੀਐ। ਮਹਾਰਾਜ ਕਹਿੰਦੇ ਉਹ ਸਿਮਰੈ ਹਰ ਨਾਮ, ਉਹ ਤਾਂ ਸੁਖੀਏ, ਤਾਂ ਉਹਦੀ ਸੋਭਾ ਹੈ, ਤਾਂ ਉਹਦੀ ਵਡਿਆਈ ਹੈ, ਤਾਂ ਉਹਦੀ ਉਪਮਾ ਲਈ ਬਚਨ ਕਹੇ ਨੇ। ਉਹ ਸਿਮਰੈ ਹਰ ਨਾਮ, ਉਹ ਪਰਮਾਤਮਾ ਦਾ ਨਾਮ ਸਿਮਰਦਾ, ਉਹ ਨਾਮ ਜਪਣ ਵਾਲਾ